ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਸੰਦੀਪ ਸਿੰਘ ਕਲਾਸਿਸ ਦੇ ਵਿੱਚ। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਜੋ ਹੁਣੇ ਪੀਐਸ ਟੈਟ ਦਾ ਜਿਹੜਾ ਐਗਜ਼ਾਮ ਹੋ ਕੇ ਹਟਿਆ ਹੈ, ਠੀਕ ਹੈ ਜੀ, 2023 ਨਾਲ, ਠੀਕ ਹੈ ਜੀ, ਜਿਹੜਾ 12 ਮਾਰਚ ਨੂੰ ਹੋਇਆ ਸੀਗਾ। ਅਤੇ ਆਪਾਂ CDP ਦੀ ਜਿਹੜੀ ਆਨਸਰ ਕੀਜ਼ ਹੈ ਆਪਾਂ ਉਹ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ, ਠੀਕ ਹੈ ਜੀ। ਦੇਖੋ, ਭਾਵੇਂ ਸਾਨੂੰ ਪਤਾ ਹੈ ਕਿ ਪੇਪਰ ਜਿਹੜਾ ਹੈ ਕੈਂਸਲ ਹੋ ਗਿਆ ਹੈ ਨਾ, ਹਲੇ ਓਫੀਸ਼ੀਅਲ ਜਿਹੜੀ ਨੋਟੀਫਿਕੇਸ਼ਨ ਆਏਗੀ ਉਹਦੇ ਵਿੱਚ ਪ੍ਰੋਪਰ ਤਰੀਕੇ ਦੇ ਨਾਲ ਪਤਾ ਲੱਗੂਗਾ ਹੈ ਨਾ। ਅਤੇ ਪਰ ਫਿਰ ਵੀ ਆਪਾਂ ਨਾ ਇਹ ਵੀਡੀਓ ਬਣਾਉਣ ਦਾ ਮੇਰਾ ਮਕਸਦ ਜਿਹੜਾ ਹੈ ਉਹ ਇਹੀ ਹੈ ਕਿ ਜਿਹੜੀਆਂ ਆਪਾਂ ਗਲਤੀਆਂ ਕੀਤੀਆਂ ਨੇ ਆਪਾਂ ਉਹਨਾਂ ਤੋਂ ਸਿੱਖਣਾ ਆ ਹੁਣ, ਹੈ ਨਾ। ਕਿ ਸਾਡੀ ਕਈ ਗਲਤੀਆਂ ਇਹਦੇ ਵਿੱਚ ਹੋਈਆਂ ਹੋਣਗੀਆਂ, ਹੈ ਨਾ। ਕਈਆਂ ਦਾ ਪੇਪਰ ਬਹੁਤ ਵਧੀਆ ਹੋਇਆ, ਕਈਆਂ ਦਾ ਨਹੀਂ ਵਧੀਆ ਹੋਏਗਾ ਨਾ। ਅਤੇ ਪਰ ਫਿਰ ਵੀ ਆਪਾਂ ਇਹ ਜ਼ਰੂਰ ਦੇਖਣਾ ਹੈ ਕਿਉਂਕਿ ਇਹਦੇ ਵਿੱਚ ਜੋ ਸਾਡੀਆਂ ਗਲਤੀਆਂ ਆ ਉਹ ਆਪਾਂ ਅਗਲੀ ਵਾਰ ਨਹੀਂ ਦੁਹਰਾਉਣੀਆਂ, ਹੈ ਨਾ। ਸੋ ਇਸ ਲਈ ਇਹ ਵੀਡੀਓ ਜਿਹੜਾ ਬਣਾਉਣ ਦਾ ਜਿਹੜਾ ਮੇਰਾ ਮਕਸਦ ਹੈ ਉਹ ਇਹੀ ਹੈ ਕਿ ਆਪਾਂ ਪਹਿਲੀ ਗੱਲ ਤਾਂ ਕਿ ਸਾਨੂੰ ਇਹ ਪਤਾ ਲੱਗ ਜਾਵੇ ਕਿ ਅਸੀਂ ਕਿੰਨਾ ਕੁ ਪੜ੍ਹੇ ਹਾਂ, ਸਾਡੀ ਕਿੰਨੀ ਕੁ ਤਿਆਰੀ ਸੀ, ਹੈ ਨਾ। ਅਤੇ ਸਾਡੇ ਉਸ ਹਿਸਾਬ ਨਾਲ ਨੰਬਰ ਜਿਹੜੇ ਹੈ ਕਿੰਨੇ ਮਾਰਕਸ ਬਣੇ ਨੇ 30 ਦੇ ਵਿੱਚੋਂ, ਠੀਕ ਹੈ। ਸੋ ਆਪਾਂ ਇਸ ਵੀਡੀਓ ਦੇ ਵਿੱਚ ਇਸ ਰਿਗਾਰਡਿੰਗ ਗੱਲ ਕਰਾਂਗੇ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੋ ਵੀ ਇਸ ਚੈਨਲ 'ਤੇ ਨਵੇਂ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ, ਲਾਈਕ ਔਰ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਜਲਦ ਹੀ ਮਤਲਬ ਦੇਖਿਆ ਜਾਵੇ ਤਾਂ ਇਹਨਾਂ ਦਾ ਨੋਟੀਫਿਕੇਸ਼ਨ ਆਏਗਾ, ਹੈ ਨਾ। ਅਤੇ ਆਪਾਂ ਤਿਆਰੀ ਜਿਹੜੀ ਹੈ ਆਪਣੀ ਆਪਾਂ ਹੁਣੇ ਤੋਂ ਰੱਖਣੀ ਹੈ ਨਾ। ਅਤੇ ਇਹ ਨਹੀਂ ਹੈ ਕਿ ਮਤਲਬ 10 ਦਿਨ ਰਹਿੰਦੇ ਹੋਣਗੇ ਅਤੇ ਆਪਾਂ ਉਦੋਂ ਹੀ ਆਪਣੀ ਤਿਆਰੀ ਜਿਹੜੀ ਹੈ ਸ਼ੁਰੂ ਕਰਨੀ ਹੈ, ਠੀਕ ਹੈ। ਸੋ ਚੈਨਲ ਨੂੰ ਸਬਸਕ੍ਰਾਈਬ, ਲਾਈਕ ਔਰ ਸ਼ੇਅਰ ਜ਼ਰੂਰ ਕਰਿਓ। ਬੈਲ ਆਈਕਨ ਵੀ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਜਿਹੜੀ ਜਾਣਕਾਰੀ ਹੈ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਸੋ ਆਪਾਂ ਹੁਣ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ। ਦੇਖੋ, ਜਿਹੜਾ ਪਹਿਲਾ ਕੁਐਸਚਨ ਆਇਆ ਸੀਗਾ ਕਿ ਵਿਚ ਆਫ ਦਾ ਫੋਲੋਇੰਗ ਰੀਪ੍ਰਜੈਂਟ ਦਾ ਕੰਸੈਪਟ ਆਫ ਡਿਵੈਲਪਮੈਂਟ, ਇਹਨਾਂ ਵਿੱਚੋਂ ਕਿਹੜਾ ਵਿਕਾਸ ਦੀ ਧਾਰਨਾ ਨੂੰ ਦਰਸਾਉਂਦਾ ਹੈ। ਪਹਿਲਾ ਸੀਗਾ ਜੀ ਕੁਆਂਟੀਟੇਟਿਵ, ਠੀਕ ਹੈ। ਦੂਜਾ ਸੀ ਕੁਆਂਟੀਟੇਟਿਵ ਐਂਡ ਕੁਆਲੀਟੇਟਿਵ, ਅਤੇ ਡੀ ਸੀਗਾ ਜੀ ਇਨਕਰੀਜ਼ ਇਨ ਹਾਈਟ। ਸੋ ਜਿਹੜੇ ਤਾਂ ਸਹੀ ਆਨਸਰ ਸੀਗਾ ਆਪਸ਼ਨ ਨੰਬਰ ਸੀ ਸੀਗਾ ਜੀ ਕਿ ਜਿਹੜੀ ਡਿਵੈਲਪਮੈਂਟ ਹੁੰਦੀ ਆ, ਆਪਾਂ ਗੱਲ ਕੀਤੀ ਸੀ ਕਿ ਜਿਹੜੀ ਡਿਵੈਲਪਮੈਂਟ ਹੁੰਦੀ ਆ ਉਹ ਕੁਆਂਟੀਟੇਟਿਵ ਅਤੇ ਕੁਆਲੀਟੇਟਿਵ ਬੋਥ ਹੁੰਦੀ ਆ, ਠੀਕ ਹੈ। ਸੋ ਸੀ ਆਪਸ਼ਨ ਜਿਹੜਾ ਇਹਦਾ ਬਿਲਕੁਲ ਸਹੀ ਜਵਾਬ ਸੀ। ਅਗਲਾ ਕੁਐਸਚਨ ਸੀਗਾ ਜੀ ਸੈਕਿੰਡ ਕੁਐਸਚਨ, ਦਾ ਅਬਿਲਿਟੀ ਟੂ ਰੀਜ਼ਨ ਐਂਡ ਲੌਜੀਕਲੀ ਕੰਬਾਈਨ ਰਿਲੇਸ਼ਨਸ਼ਿਪਸ ਇਜ਼ ਕਾਲਡ ਡੈਸ਼, ਹੈ ਨਾ। ਤਰਕ ਅਤੇ ਤਰਕ ਨਾਲ ਸੰਬੰਧਿਤ ਸੰਬੰਧਾਂ ਨੂੰ ਜੋੜਨ ਦੀ ਯੋਗਤਾ ਨੂੰ ਕੀ ਕਿਹਾ ਜਾਂਦਾ ਹੈ, ਠੀਕ ਹੈ ਜੀ। ਸੋ ਉਹਨੂੰ ਕੀ ਕਿਹਾ ਜਾਂਦਾ ਹੈ, ਟਰਾਂਸਟੀਵਿਟੀ ਕਿਹਾ ਜਾਂਦਾ ਆ, ਸੀਰੀਏਸ਼ਨ ਕਿਹਾ ਜਾਂਦਾ ਆ, ਸੈਂਟਰੇਸ਼ਨ ਕੇਂਦਰੀਕਰਨ, ਜਾਂ ਕੰਜ਼ਰਵੇਸ਼ਨ ਸੰਭਾਲ, ਹੈ ਨਾ। ਸੋ ਦੇਖੋ, ਅਬਿਲਿਟੀ ਟੂ ਰੀਜ਼ਨ ਐਂਡ ਲੌਜੀਕਲੀ ਕੰਬਾਈਨ, ਸੋ ਇਹਦਾ ਜਿਹੜਾ ਸਹੀ ਆਨਸਰ ਆਪਸ਼ਨ ਨੰਬਰ ਏ ਸੀਗਾ ਜੀ ਟਰਾਂਸਟੀਵਿਟੀ, ਪਰਿਵਰਤਨਸ਼ੀਲਤਾ, ਠੀਕ ਹੈ। ਸੋ ਤੀਸਰਾ ਕੁਐਸਚਨ ਦੇਖਦੇ ਹਾਂ। The upper limit of Vygotsky concept of the zone of proximal development represent, ਠੀਕ ਹੈ ਜੀ, ਵਿਗੋਟਸਕੀ ਦੇ ਸੰਕਲਪ ਦੀ ਉੱਪਰਲੀ ਸੀਮਾ ਪ੍ਰੋਕਸੀਮਲ ਡਿਵੈਲਪਮੈਂਟ ਦਾ ਜ਼ੋਨ ਦਰਸਾਉਂਦਾ ਹੈ, ਠੀਕ ਹੈ। ਕਿ ਲੈਵਲ ਆਫ ਸਕਿੱਲਸ ਰੀਚਡ ਬਾਈ ਅ ਚਾਈਲਡ ਵਰਕਿੰਗ ਇੰਡੀਪੈਂਡੈਂਟਲੀ, ਸੁਤੰਤਰ ਤੌਰ 'ਤੇ ਕੰਮ ਕਰਨ ਵਾਲੇ ਬੱਚੇ ਦੁਆਰਾ ਹੁਨਰ ਦਾ ਪੱਧਰ। ਦੇਖੋ, ਇਹ ਤਾਂ ਬਿਲਕੁਲ ਗਲਤ ਹੈ ਨਾ। ਬੀ ਸੀਗਾ ਜੀ ਕਿ ਲੈਵਲ ਆਫ ਐਡੀਸ਼ਨਲ ਰਿਸਪੋਂਸਿਬਿਲਿਟੀ ਦਾ ਚਾਈਲਡ ਕੈਨ ਅਸੈਪਟ ਵਿਦ ਅਸਿਸਟੈਂਸ ਆਫ ਮੋਰ ਨੌਲੇਜੇਬਲ ਵਨ, ਜ਼ਿੰਮੇਵਾਰੀ ਦੇ ਪੱਧਰ ਨੂੰ ਬੱਚਾ ਵਧੇਰੇ ਗਿਆਨਵਾਨ ਵਿਅਕਤੀ ਦੀ ਸਹਾਇਤਾ ਦੇ ਨਾਲ ਸਵੀਕਾਰ ਕਰ ਸਕਦਾ ਹੈ। ਦੇਖੋ, ਇਹ ਸਹੀ ਹੋ ਸਕਦਾ ਹੈ। ਤੀਸਰਾ ਹੈ ਜੀ ਡਿਫਰੈਂਸ ਬਿਟਵੀਨ ਵਰਕਡ ਪਰਫੋਰਮਡ ਇੰਡੀਪੈਂਡੈਂਟਲੀ ਐਂਡ ਵਿਦ ਅਸਿਸਟੈਂਟ, ਸੁਤੰਤਰ ਤੌਰ 'ਤੇ ਅਤੇ ਸਹਾਇਤਾ ਨਾਲ ਕੀਤੇ ਗਏ ਕੰਮ ਵਿਚਕਾਰ ਅੰਤਰ, ਜਾਂ ਲੈਵਲ ਆਫ ਸਕਿੱਲਸ ਦੈਟ ਆਰ ਬਿਯੋਂਡ ਦਾ ਪੋਟੈਂਸ਼ੀਅਲ ਆਫ, ਠੀਕ ਹੈ। ਸੋ ਦੇਖੋ, ਜਿਹੜਾ ਸਹੀ ਆਨਸਰ ਹੈ ਉਹ ਬਿਲਕੁਲ ਬੀ ਆਪਸ਼ਨ ਹੈ ਜੀ, ਹੈ ਨਾ। ਕਿ ਬੱਚੇ ਵਧੇਰੇ ਜਿਹੜੇ ਗਿਆਨਵਾਨ ਵਿਅਕਤੀਆਂ ਦੀ ਸਹਾਇਤਾ ਦੇ ਨਾਲ ਜਿਹੜਾ ਬੱਚਾ ਸਵੀਕਾਰ ਕਰਦਾ ਹੈ ਉਹਨੂੰ ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ ਕਹਿੰਦੇ ਆ। ਚੌਥਾ ਕੁਐਸਚਨ ਹੈ ਜੀ ਕਿ ਮਨਨ ਜੇ ਟੇਕਸ ਓਮਜ਼ ਪੈਨਸਲ ਸੂਨ ਆਫਟਰਵਰਡ ਹੀ ਸੀ ਓਮ retaliate by taking J's pen, है ना। Manan doesn't report these incident to teacher as they involve equal exchanges, ठीक है। Which stage of Kohlberg moral development theory has ਮਨਨ ਰੀਚਡ, ਠੀਕ ਹੈ ਜੀ। ਸੋ ਦੇਖੋ, ਇਹਦੇ ਵਿੱਚ ਇੱਦਾਂ ਹੈ ਕਿ ਮਨਨ ਦੇਖਦਾ ਹੈ ਕਿ ਓਮ ਦੀ ਇੱਕ ਪੈਨਸਲ ਲੈ ਰਿਹਾ ਹੈ, ਠੀਕ ਹੈ। ਅਤੇ ਜਲਦੀ ਉਹ ਬਾਅਦ ਵਿੱਚ ਉਹ ਜੈ ਦਾ ਪੈਨ ਲੈ ਕੇ ਬਦਲਾ ਲੈਂਦੇ ਹੋਏ ਦੇਖਦਾ ਹੈ, ਠੀਕ ਹੈ ਜੀ। ਸੋ ਇਹ ਮਤਲਬ ਜਿਹੜਾ ਇਹ ਕੋਲਬਰਗ ਦੀ ਜਿਹੜੀ ਥਿਊਰੀ ਹੈ, ਠੀਕ ਹੈ, ਉਹਦੇ ਵਿੱਚ ਜਿਹੜਾ ਹੈ ਕਿ
ਕਿਹੜਾ ਜਿਹੜਾ ਸਿਧਾਂਤ ਆ, ਠੀਕ ਹੈ ਜੀ। ਸੋ ਇਹ ਟਿਟ ਫॉर ਟੈਟ ਦਾ ਆਪਾਂ ਥਿਊਰੀ ਕੀਤੀ ਸੀਗੀ ਇਹਦੀ, ਹੈ ਨਾ ਜੀ। ਸੋ ਇਹ ਟਿਟ ਫॉर ਟੈਟ ਦਾ ਜਿਹੜਾ ਆ ਸਿਧਾਂਤ ਆ, ਠੀਕ ਹੈ ਜੀ। ਸੋ ਇਹ ਕਿਹਦੀ ਗੱਲ ਇਹਦੀ ਕਿੱਥੇ ਕੀਤੀ ਗਈ ਆ, ਸਟੇਜ B 'ਤੇ। ਇਹਦੇ ਵਿੱਚ ਅਸੀਂ ਜੀ ਭੁਲੇਖਾ ਕਰਨੇ ਆ ਕਿ ਲੈਵਲ 1 ਲੈਵਲਾਂ ਦਾ ਅਸੀਂ ਭੁਲੇਖਾ ਕਰਨੇ ਆ। ਸੋ ਇਹਦੇ 3 ਲੈਵਲ ਆ, 3 ਲੈਵਲ ਦੇ ਵਿੱਚ ਹਰੇਕ ਲੈਵਲ 'ਚ 2-2 ਸਟੇਜਿਸ ਹੈ। ਸੋ ਇਹ ਫਸਟ ਲੈਵਲ ਦੀ ਸੈਕਿੰਡ ਸਟੇਜ ਹੈ, ਠੀਕ ਹੈ ਜੀ, ਜਿਹਦੇ ਵਿੱਚ ਟਿਟ ਫॉर ਟੈਟ ਦਾ ਜਿਹੜਾ ਸਿਧਾਂਤ ਆਉਂਦਾ ਹੈ, ਠੀਕ ਹੈ ਜੀ। 5ਵਾਂ ਕੁਐਸਚਨ, ਫੋਲੋਇੰਗ ਰਿਪਰੈਜ਼ੈਂਟ ਦਾ 3 ਕ੍ਰਾਈਟੇਰੀਆ ਦੈਟ ਕਰੈਕਟਰਾਈਜ਼ ਦਾ ਚਿਲਡਰਨ ਹੂ ਆਰ ਗਿਫਟਿਡ ਐਜ਼ ਡਿਸਕ੍ਰਾਈਬ ਬਾਏ ਐਲਨ ਵਿਨਰ ਐਕਸੈਪਟ। ਐਲਨ ਵਿਨਰ ਨਿਮਨਲਿਖਤ ਵਿੱਚੋਂ ਕਿਹੜੇ ਮਾਪਦੰਡ ਨੂੰ ਕੁਦਰਤੀ ਤੌਰ 'ਤੇ ਬੱਚਿਆਂ ਦੀ ਵਿਸ਼ੇਸ਼ਤਾ ਵਜੋਂ ਨਹੀਂ ਦਰਸਾਉਂਦਾ? ਦੇਖੋ ਜੀ, ਨਹੀਂ ਦਰਸਾਉਂਦਾ ਆਉਣਾ ਹੈ, ਠੀਕ ਹੈ ਜੀ। ਸੋ ਇਹਦਾ ਜਿਹੜਾ ਆਨਸਰ ਸੀਗਾ ਜੀ, C ਆਪਸ਼ਨ ਬਿਲਕੁਲ ਸਹੀ ਸੀਗਾ ਜੀ, ਹਾਈ ਇਮੋਸ਼ਨਲ ਸਟੇਬਿਲਿਟੀ, ਠੀਕ ਹੈ ਜੀ। 6ਵਾਂ ਕੁਐਸਚਨ ਆਈ, ਡੈਸ਼ ਆਰ ਬ੍ਰੌਡ categories that reflect impressions and beliefs about the appropriate behavior for females and males, ਠੀਕ ਹੈ ਜੀ, ਜੋ ਔਰਤ ਅਤੇ ਮਰਦਾਂ ਲਈ ਉਚਿਤ ਵਿਵਹਾਰ ਬਾਰੇ ਪ੍ਰਭਾਵ ਅਤੇ ਵਿਸ਼ਵਾਸਾਂ ਨੂੰ ਦਰਸਾਉਂਦੀਆਂ ਹਨ। ਕਿ ਜੈਂਡਰ ਸਟੀਰੀਓਟਾਈਪਿੰਗ, ਜੈਂਡਰ ਵਿਊਜ਼, ਜੈਂਡਰ ਰੋਲ ਜਾਂ ਜੈਂਡਰ ਬਾਇਸ। ਸੋ ਇਹ ਆਪਸ਼ਨ ਇਹਦਾ ਜਿਹੜਾ ਬਿਲਕੁਲ ਸਹੀ ਸੀ ਕਿ ਜੈਂਡਰ ਸਟੀਰੀਓਟਾਈਪਿੰਗ। ਸੋ ਅਗਲਾ ਕੁਐਸਚਨ ਦੇਖਦੇ ਹਾਂ ਜੀ। According to which form of learning the consequences of behavior produce changes in the probability that the behavior will occur? ਵਿਹਾਰ ਦੇ ਨਤੀਜੇ ਸਿੱਖਣ ਦੇ ਕਿਹੜੇ ਰੂਪਾਂ ਦੇ ਅਨੁਸਾਰ ਵਿਵਹਾਰ ਦੇ ਵਾਪਰਨ ਦੀ ਸੰਭਾਵਨਾ ਵਿੱਚ ਤਬਦੀਲੀਆਂ ਪੈਦਾ ਕਰਦੇ ਹਨ? ਠੀਕ ਹੈ, ਕਲਾਸੀਕਲ ਕੰਡੀਸ਼ਨਿੰਗ, ਓਪਰੈਂਟ ਕੰਡੀਸ਼ਨਿੰਗ, ਠੀਕ ਹੈ, ਓਪਰੇਟ ਕੰਡੀਸ਼ਨਿੰਗ, ਡਿਸਕਵਰੀ ਲਰਨਿੰਗ ਜਾਂ ਮੋਟੀਵੇਸ਼ਨਲ ਲਰਨਿੰਗ। ਸੋ ਜਿਹੜਾ ਇਹਦਾ B ਆਪਸ਼ਨ ਜਿਹੜਾ ਬਿਲਕੁਲ ਸਹੀ ਸੀਗਾ ਜੀ, ਠੀਕ ਹੈ, ਜੋ ਕਿ ਸੀਗਾ ਜੀ ਓਪਰੇਟ ਕੰਡੀਸ਼ਨਿੰਗ ਲਰਨਿੰਗ। ਅਗਲਾ ਕੁਐਸਚਨ ਹੈ ਜੀ, ਦ ਫ੍ਰੀਕੁਐਂਸੀ ਆਫ ਰਿਸਪੌਂਸ ਇਨਕਰੀਜ਼ ਬਿਕੋਜ਼ ਇਟ ਇਜ਼ ਫੋਲੋਡ ਬਾਈ ਦ ਰਿਮੂਵਲ ਆਫ ਐਵਰਸਾਈਜ਼ ਸਟਿਮੂਲਸ ਰਿਪਰੈਜ਼ੈਂਟ ਡੈਸ਼ ਐਜ਼ ਪਰ ਓਪਰੈਂਟ ਕੰਡੀਸ਼ਨਿੰਗ ਰਿਪੋਰਟ ਥਿਊਰੀ। ਕਿ ਓਪਰੇਟ ਕੰਡੀਸ਼ਨਿੰਗ ਥਿਊਰੀ ਦੇ ਅਨੁਸਾਰ ਪ੍ਰਤੀਕਿਰਿਆ ਦੀ ਬਾਰੰਬਾਰਤਾ ਵੱਧਦੀ ਹੈ ਕਿਉਂਕਿ ਇਸ ਦੇ ਬਾਅਦ ਇੱਕ ਘਿਨੌਣੀ ਉਤੇਜਕ ਨੂੰ ਹਟਾਉਣ ਨੂੰ ਪ੍ਰਸਤੁਤ ਕਰਦਾ ਹੈ, ਠੀਕ ਹੈ ਜੀ। ਕਿ ਪੋਜ਼ਿਟਿਵ ਰੀਇਨਫੋਰਸਮੈਂਟ, ਨੈਗੇਟਿਵ ਰੀਇਨਫੋਰਸਮੈਂਟ ਜਾਂ ਪੋਜ਼ਿਟਿਵ ਪਨਿਸ਼ਮੈਂਟ ਜਾਂ ਨੈਗੇਟਿਵ ਪਨਿਸ਼ਮੈਂਟ। ਸੋ B ਆਪਸ਼ਨ ਜਿਹੜਾ ਬਿਲਕੁਲ ਸਹੀ ਹੈ ਜੀ, ਨੈਗੇਟਿਵ ਰੀਇਨਫੋਰਸਮੈਂਟ। 9ਵਾਂ ਕੁਐਸਚਨ ਦੇਖਦੇ ਹਾਂ ਜੀ। In dash the concept of emotional intelligence was officially coined by dash and dash। ਸੋ ਜਿਹੜਾ ਇਹਦਾ ਸਹੀ ਆਨਸਰ ਸੀਗਾ ਜੀ ਆਪਸ਼ਨ ਨੰਬਰ C ਬਿਲਕੁਲ ਸਹੀ ਸੀਗੇ ਜੀ, 1990 ਸੋਲਵੇ ਐਂਡ ਮੇਅਰ, ਠੀਕ ਹੈ ਜੀ। ਇਹਨਾਂ ਵੱਲੋਂ ਜਿਹੜਾ ਹੈ ਕੀ ਕੀਤਾ ਗਿਆ ਸੀ, ਕੰਸੈਪਟ ਆਫ ਇਮੋਸ਼ਨਲ ਇੰਟੈਲੀਜੈਂਸ ਜਿਹੜਾ ਕੋਇਨ ਕੀਤਾ ਗਿਆ ਸੀ, ਠੀਕ ਹੈ ਜੀ। ਸੋ 10ਵਾਂ ਕੁਐਸਚਨ ਦੇਖਦੇ ਹਾਂ ਜੀ, ਦਾ ਵੇਟੇਜ ਆਫ ਫਾਰਮੇਟਿਵ ਅਸੈਸਮੈਂਟ ਇਨ ਕੰਟੀਨਿਊਸ ਐਂਡ ਕੌਂਪਰੀਹੈਂਸਿੰਗ ਐਵੋਲਿਊਸ਼ਨ ਹੈ, ਠੀਕ ਹੈ ਜੀ। ਕਿ 80%, 50, 40 ਜਾਂ 60। ਸੋ C ਆਪਸ਼ਨ ਬਿਲਕੁਲ ਸਹੀ ਸੀ ਜੀ, 40%। ਅਗਲਾ ਕੁਐਸਚਨ ਸੀ ਜੀ, ਹੂ ਗੇਵ ਸਿੰਬੋਲਿਕ ਇੰਟਰੈਕਸ਼ਨ ਥਿਊਰੀ। ਸਿੰਬੋਲਿਕ ਇੰਟਰੈਕਸ਼ਨ ਥਿਊਰੀ ਜਿਹੜੀ ਕਿਹਨੇ ਦਿੱਤੀ ਸੀਗੀ? ਸੋ ਜੀ ਇਹਦਾ ਬਿਲਕੁਲ ਸਹੀ ਜਵਾਬ ਸੀਗਾ ਜੀ ਆਪਸ਼ਨ ਨੰਬਰ D, ਮੈਕਸ ਵੈਬਰ ਨੇ ਜਿਹੜੀ ਇਹ ਥਿਊਰੀ ਦਿੱਤੀ ਸੀ, ਠੀਕ ਹੈ ਜੀ। ਸੋ ਅਗਲਾ ਕੁਐਸਚਨ ਦੇਖਦੇ ਹਾਂ ਜੀ, ਕਿ ਵਿਚ ਆਫ ਦਾ ਫੋਲੋਇੰਗ ਰਿਪਰੈਜ਼ੈਂਟ ਦਾ ਬਿਗ 5 ਕਲਾਸਰੂਮ ਮੈਨੇਜਮੈਂਟ ਸਟ੍ਰੈਟਜੀਜ਼। ਇਹਨਾਂ ਵਿੱਚੋਂ ਕਿਹੜੀ 5 ਵੱਡੀਆਂ ਕਲਾਸਰੂਮ ਪ੍ਰਬੰਧਨ ਰਣਨੀਤੀਆਂ ਨੂੰ ਦਰਸਾਉਂਦੀ ਹੈ, ਠੀਕ ਹੈ ਜੀ। ਸੋ ਇਹਦੇ ਵਿੱਚ ਇਹਨਾਂ ਨੇ 4 ਜਿਹੜੇ ਵਰਡ ਦਿੱਤੇ ਹੋਏ ਸੀਗੇ ਜੀ, ਪਰ ਜਿਹੜੇ ਦਾ ਸਹੀ ਆਨਸਰ ਹੈ ਜੀ ਉਹ ਸੀਗਾ ਜੀ ਆਪਸ਼ਨ ਨੰਬਰ B, ਐਨਗੇਜਮੈਂਟ, ਪਨਿਸ਼ਮੈਂਟ, ਰੂਲ, ਰੂਟੀਨ ਔਰ ਪ੍ਰੇਜ਼, ਠੀਕ ਹੈ ਜੀ। ਆਪਾਂ ਇਹਨੂੰ ਐਲੀਮੀਨੇਟਰ ਨਾਲ ਵੀ ਦੇਖ ਸਕਦੇ ਸੀਗੇ ਕਿ ਪ੍ਰੇਜ਼ ਜਿਹੜੀ ਹੈ ਉਹ ਬਿਲਕੁਲ ਲਾਸਟ ਦੇ ਵਿੱਚ ਆਉਂਦੀ ਹੈ, ਠੀਕ ਹੈ ਜੀ। ਸੋ ਪ੍ਰੇਜ਼ ਵਾਲੀਆਂ ਸਿਰਫ 2 ਆਪਸ਼ਨਾਂ ਹੀ ਸੀਗੀਆਂ, ਠੀਕ ਹੈ। ਬਸ ਇਹਦੇ ਵਿੱਚ ਇੱਕ ਮਿਸਬਿਹੇਵੀਅਰ ਵਾਲੇ ਨੂੰ ਅਸੀਂ ਨਿਗਲੈਕਟ ਕਰਕੇ ਸਾਡਾ ਇਸ ਲਈ B ਆਪਸ਼ਨ ਜਿਹੜਾ ਬਿਲਕੁਲ ਸਹੀ ਬਣਦਾ। 13 ਦੇਖਦੇ ਹਾਂ ਜੀ, ਰੇਵਨਸ ਪ੍ਰੋਗਰੈਸਿਵ ਮੈਟ੍ਰਿਕ ਟੈਸਟ ਇਜ਼ ਅ ਟਾਈਪ ਆਫ ਡੈਸ਼, ਠੀਕ ਹੈ। ਰੇਵਨਸ ਪ੍ਰੋਗਰੈਸਿਵ ਮੈਟ੍ਰਿਕ ਟੈਸਟ ਇਜ਼ ਅ ਟਾਈਪ ਆਫ ਡੈਸ਼। ਕਿ ਇਹ ਵਰਬਲ ਟੈਸਟ ਹੈ, ਨॉन ਵਰਬਲ ਗਰੁੱਪ ਟੈਸਟ ਹੈ, ਇੰਡੀਵਿਜੂਅਲ ਵਰਬਲ ਟੈਸਟ ਜਾਂ ਵਰਬਲ ਗਰੁੱਪ ਟੈਸਟ ਹੈ। ਸੋ 13 ਦਾ ਜਿਹੜਾ ਸਹੀ ਆਨਸਰ ਹੈ ਆਪਸ਼ਨ ਨੰਬਰ B ਹੈ ਜੀ, ਨॉन ਵਰਬਲ ਗਰੁੱਪ ਟੈਸਟ, ਠੀਕ ਹੈ ਜੀ। 14ਵਾਂ ਕੁਐਸਚਨ ਦੇਖਦੇ ਹਾਂ ਜੀ, ਵਿਚ ਆਫ ਦਾ ਫੋਲੋਇੰਗ ਟੂਲਸ
ਆਰ ਯੂਜ਼ਡ ਇਨ ਫੋਰਮੇਟਿਵ ਅਸੈਸਮੈਂਟ। ਸੋ ਬਿਲਕੁਲ ਦੇਖੋ ਆਪਾਂ ਅਸੈਸਮੈਂਟ ਵਾਲੀ ਦੀ ਇੱਕ ਅਲੱਗ ਬਕਾਇਦਾ ਵੀਡੀਓ ਕੀਤੀ ਸੀ ਬਿਲਕੁਲ, ਹੈ ਨਾ। ਸੋ ਫੋਰਮੇਟਿਵ ਅਸੈਸਮੈਂਟ ਹੁੰਦਾ ਕਿ ਜਦੋਂ ਡਿਊਰਿੰਗ, ਹੈ ਨਾ, ਡਿਊਰਿੰਗ ਐਗਜ਼ਾਮ ਦੇ ਵਿੱਚ ਹੁੰਦਾ ਹੈ, ਠੀਕ ਹੈ ਜੀ। ਸੋ ਦੇਖੋ ਇਹਦੇ ਆਪਸ਼ਨਾਂ ਦੇਖਦੇ ਹਾਂ ਕਿ ਦੇਖੋ ਆਪਸ਼ਨ ਦੇ ਵਿੱਚ ਇਹਨਾਂ ਨੇ ਐਗਜ਼ਾਮੀਨੇਸ਼ਨ ਆਫ ਦੇਖੋ ਐਂਡ ਟਰਮ, ਠੀਕ ਹੈ ਜੀ। ਇਹਦੇ ਵਿੱਚ ਵੀ ਥਰਡ ਆਪਸ਼ਨ 'ਚ ਵੀ ਇਹਨਾਂ ਨੇ ਐਗਜ਼ਾਮੀਨੇਸ਼ਨ ਆਫ ਐਂਡ ਟਰਮ ਐਂਡ ਲਾਸਟ ਵਿੱਚ ਵੀ ਐਗਜ਼ਾਮੀਨੇਸ਼ਨ ਆਫ ਐਂਡ। ਸੋ ਇਹਨਾਂ ਨੂੰ ਦੇਖਦੇ ਹੋਏ ਹੀ ਇਹ ਸਾਰੇ ਗਲਤ ਹੈ ਔਰ ਬੀ ਆਪਸ਼ਨ ਬਿਲਕੁਲ ਸਹੀ ਹੈ। ਜਿਵੇਂ ਕਿ ਆਪਾਂ ਗੱਲ ਕੀਤੀ ਸੀ ਕਿ ਐਗਜ਼ਾਮੀਨੇਸ਼ਨ ਆਫ ਐਂਡ ਟਰਮ, ਜਿੱਥੇ ਐਂਡ ਟਰਮ ਆਇਆ ਉੱਥੇ ਹਮੇਸ਼ਾ ਜਿਹੜੀ ਹੈ ਉਹ ਜੀ ਸੁਮੇਟਿਵ ਜਿਹੜੀ ਅਸੈਸਮੈਂਟ ਹੁੰਦੀ ਹੈ, ਠੀਕ ਹੈ ਜੀ। ਸੋ ਇਸ ਦੇ ਅਕੋਰਡਿੰਗ ਸਿਰਫ ਬੀ ਆਪਸ਼ਨ ਹੀ ਹੈ ਜਿਹਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਆਬਜ਼ਰਵੇਸ਼ਨ, ਐਨੈਕਡੋਟਲ ਰਿਕਾਰਡ, ਠੀਕ ਹੈ ਜੀ, ਦਸਤਾਵੇਜ਼ ਵਿਸ਼ਲੇਸ਼ਣ ਅਤੇ ਅਖੌਤੀ ਰਿਕਾਰਡ, ਡਾਕੂਮੈਂਟ ਐਨਾਲਿਸਿਸ, ਠੀਕ ਹੈ ਜੀ। ਸੋ ਬੀ ਆਪਸ਼ਨ ਜਿਹੜਾ ਬਿਲਕੁਲ ਸਹੀ ਹੈ। ਅਗਲਾ ਕੁਐਸਚਨ ਹੈ ਜੀ ਕਿ ਸੈਂਸ ਟ੍ਰੇਨਿੰਗ ਇਜ਼ ਐਮਫੈਸਾਈਜ਼ ਬਾਈ ਹੂਮ। ਸੈਂਸ ਟ੍ਰੇਨਿੰਗ ਲਈ ਕਿਸ ਨੇ ਹਮਦਰਦੀ ਜਤਾਈ ਹੈ? ਜੌਨ ਡੇਵੀ, ਮੌਂਟੈਸਰੀ, ਪੈਸਟਾਲੋਜੀ ਜਾਂ ਫਰੋਬਲ, ਠੀਕ ਹੈ। ਜੋ 15ਵੇਂ ਦਾ ਸਹੀ ਆਂਸਰ ਹੈ ਆਪਸ਼ਨ ਨੰਬਰ ਸੀ ਹੈ ਜੀ, ਮੌਂਟੈਸਰੀ ਨੇ, ਠੀਕ ਹੈ ਜੀ। 16ਵੇਂ ਦਾ ਆਂਸਰ ਹੈ ਜੀ, ਕੁਐਸਚਨ ਹੈ ਜੀ ਇਨਫੋਰਮੇਸ਼ਨ ਪ੍ਰੋਸੈਸਿੰਗ ਇਜ਼ ਮੋਸਟ ਕਲੋਜ਼ਲੀ ਅਲਾਈਨਡ ਵਿਦ। ਸੂਚਨਾ ਪ੍ਰੋਸੈਸਿੰਗ ਸਭ ਤੋਂ ਨੇੜਿਓਂ ਜੁੜੀ ਹੋਈ ਹੈ ਬਿਹੇਵੀਅਰਿਜ਼ਮ ਨਾਲ, ਕੋਗਨੀਟਿਵ ਸਾਈਕੋਲੋਜੀ ਨਾਲ, ਸੋਸ਼ਲ ਕੋਗਨੀਟਿਵ ਥਿਊਰੀ ਨਾਲ ਜਾਂ ਇਕੋਲੋਜੀਕਲ ਥਿਊਰੀ ਦੇ ਨਾਲ। ਸੋ 16ਵੇਂ ਦਾ ਆਂਸਰ ਜਿਹੜਾ ਬੀ ਹੈ ਜੀ, ਕੋਗਨੀਟਿਵ ਸਾਈਕੋਲੋਜੀ ਦੇ ਨਾਲ, ਠੀਕ ਹੈ ਜੀ। ਅਗਲਾ ਕੁਐਸਚਨ ਹੈ ਜੀ ਰੋਬਰਟ ਸਲੈਜਲਰ ਪ੍ਰੈਜ਼ੈਂਟ ਦਾ following three mechanism to create changes in child's cognitive skill except ਤੇ ਜ਼ਰੂਰ ਧਿਆਨ ਦੇਣਾ ਹੈ ਨਾ ਜੀ ਹਮੇਸ਼ਾ। ਰੋਬਰਟ ਸਿਗਲਰ ਨੇ ਬੱਚਿਆਂ ਦੇ ਬੌਧਾਤਮਕ ਹੁਨਰ ਵਿੱਚ ਤਬਦੀਲੀਆਂ ਪੈਦਾ ਕਰਨ ਲਈ ਹੇਠ ਲਿਖੀਆਂ ਵਿਧੀਆਂ ਵਿੱਚੋਂ ਕਿਸ ਨੂੰ ਤਰਜੀਹ ਨਹੀਂ ਦਿੱਤੀ? ਐਨਕੋਡਿੰਗ ਨੂੰ, ਆਟੋਮੈਟਿਸਿਟੀ ਨੂੰ, ਜਾਂ ਸਟ੍ਰੈਟਜੀ ਇੰਪਲੀਮੈਂਟੇਸ਼ਨ ਨੂੰ, ਜਾਂ ਸਟ੍ਰੈਟਜੀ ਕੰਸਟਰਕਸ਼ਨ ਨੂੰ। ਸੋ ਜਿਹੜਾ 17ਵੇਂ ਦਾ ਸਹੀ ਆਂਸਰ ਹੈ ਉਹ ਹੈ ਜੀ ਆਪਸ਼ਨ ਨੰਬਰ ਸੀ, ਠੀਕ ਹੈ ਜੀ। ਸਟ੍ਰੈਟਜੀ ਇੰਪਲੀਮੈਂਟੇਸ਼ਨ, ਰਣਨੀਤੀ ਲਾਗੂ ਕਰਨਾ ਨੂੰ ਜਿਹੜਾ ਹੈ ਉਹਨੂੰ ਐਕਸੈਪਟ ਜਿਹੜਾ ਹੈ ਉਹਨੂੰ ਆਪਾਂ ਛੱਡਿਆ ਹੈ, ਠੀਕ ਹੈ ਜੀ। 18th ਕੁਐਸਚਨ ਹੈ ਜੀ ਯੂਜ਼ਿੰਗ ਅਪਲਾਈਡ ਬਿਹੇਵੀਅਰ ਐਨਾਲਾਈਸਿਸ ਇਨ ਐਜੂਕੇਸ਼ਨ ਰਿਜ਼ਲਟਸ ਇਨ ਆਲ ਆਫ ਦਾ ਫੋਲੋਇੰਗ ਐਕਸੈਪਟ। ਦੇਖੋ ਫਿਰ ਐਕਸੈਪਟ ਆ ਗਿਆ ਹੈ ਨਾ, ਕਿ ਸਿੱਖਿਆ ਵਿੱਚ ਲਾਗੂ ਵਿਵਹਾਰ ਵਿਸ਼ਲੇਸ਼ਣ ਦੀ ਵਰਤੋਂ ਕਰਨ ਨਾਲ ਹੇਠ ਲਿਖੇ ਕਿਹੜੇ ਇੱਕ ਨਤੀਜੇ ਨੂੰ ਛੱਡ ਕੇ ਬਾਕੀ ਸਾਰੇ ਨਤੀਜੇ ਨਿਕਲਦੇ ਹਨ? ਕਿ ਆਸਕਿੰਗ ਅ ਚਾਈਲਡ ਟੂ ਰਿਫਲੈਕਟ ਅਬਾਊਟ ਅਨਡਿਜ਼ਾਇਰੇਬਲ ਬਿਹੇਵੀਅਰ, ਇਨਕਰੀਜ਼ਿੰਗ ਡਿਜ਼ਾਇਰ ਡਿਵੈਲਪਮੈਂਟ, ਠੀਕ ਹੈ, ਲੋੜੀਂਦੇ ਵਿਕਾਸ ਨੂੰ ਵਧਾਉਣਾ, ਜਾਂ ਯੂਜ਼ਿੰਗ ਪ੍ਰੋਮਪਟ ਐਂਡ ਸ਼ੇਅਰਿੰਗ, ਪ੍ਰੋਮਪਟਸ ਦੀ ਵਰਤੋਂ ਕਰਨਾ ਅਤੇ ਆਕਾਰ ਦੇਣਾ, ਜਾਂ ਡਿਕਰੀਜ਼ਿੰਗ ਅਨਡਿਜ਼ਾਇਰੇਬਲ ਬਿਹੇਵੀਅਰ। ਸੋ ਜਿਹੜਾ 18ਵੇਂ ਦਾ ਸਹੀ ਆਂਸਰ ਹੈ ਬਿਲਕੁਲ ਹੈ ਜੀ ਸੀ ਆਪਸ਼ਨ ਸਹੀ ਹੈ ਜੀ, ਠੀਕ ਹੈ ਜੀ, ਯੂਜ਼ਿੰਗ ਪ੍ਰੋਮਪਟਸ ਐਂਡ ਸ਼ੇਪਿੰਗ। 19th ਦਾ ਕੁਐਸਚਨ ਹੈ ਜੀ ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਦਾ ਡਾਇਮੈਂਸ਼ਨ ਆਫ ਮਲਟੀਕਲਚਰਲ ਐਜੂਕੇਸ਼ਨ। ਹੇਠ ਲਿਖਿਆ ਵਿੱਚੋਂ ਕਿਹੜਾ ਬਹੁ ਸੱਭਿਆਚਾਰਕ ਸਿੱਖਿਆ ਦਾ ਮਾਪ ਨਹੀਂ ਹੈ? ਦੇਖੋ ਫਿਰ ਨਹੀਂ ਹੈ ਪੁੱਛਿਆ ਉਹਨਾਂ ਨੇ, ਹੈ ਨਾ। ਦੇਖੋ ਇੱਥੋਂ ਆਪਾਂ ਨੂੰ ਪਤਾ ਲੱਗਣਾ ਕਿ ਅਸੀਂ ਨੈਕਸਟ ਟਾਈਮ ਜਿਹੜਾ ਕੁਐਸਚਨ ਜਿਹੜਾ ਅਸੀਂ ਪੇਪਰ ਦੀ ਤਿਆਰੀ ਕਰਨੀ ਹੈ, ਠੀਕ ਹੈ ਨਾ ਜੀ। ਸੋ ਅਸੀਂ ਸਿਰਫ ਸਿੱਧੇ ਕੁਐਸਚਨਾਂ ਵੱਲ ਨਹੀਂ ਧਿਆਨ ਦੇਣਾ, ਠੀਕ ਹੈ ਜੀ। ਦੇਖੋ ਨੋਟ ਜਦੋਂ ਆਵੇ ਜ਼ਿਆਦਾਤਰ ਕੁਐਸਚਨਾਂ 'ਚ ਸਾਨੂੰ ਇੱਥੋਂ ਲੈਵਲ ਦਾ ਪਤਾ ਲੱਗਦਾ ਹੈ ਕਿ ਅਸੀਂ ਜਿਹੜਾ ਇਨ ਡਿਟੇਲ ਦੇ ਵਿੱਚ ਜਿਹੜਾ ਹੈ ਪੜ੍ਹਨਾ ਹੈ ਕੋਈ ਵੀ ਟੌਪਿਕ, ਠੀਕ ਹੈ ਜੀ। ਸੋ ਕਿਹੜਾ ਕਹਿੰਦਾ ਜੀ ਹੇਠ ਲਿਖਿਆ ਵਿੱਚੋਂ ਕਿਹੜਾ ਬਹੁਤ ਸੱਭਿਆਚਾਰਕ ਸਿੱਖਿਆ ਦਾ ਮਾਪ ਨਹੀਂ ਹੈ? ਨੋਟ ਦਾ ਡਾਇਮੈਂਸ਼ਨ ਆਫ ਮਲਟੀਕਲਚਰਲ ਐਜੂਕੇਸ਼ਨ, ਕੰਟੈਂਟ ਸੈਗਰੀਗੇਸ਼ਨ, ਜਾਂ ਇੰਪਾਵਰਿੰਗ ਸਕੂਲ ਕਲਚਰ, ਜਾਂ ਹੈ ਜੀ ਪੱਖਪਾਤ ਦੀ ਕਮੀ, ਠੀਕ ਹੈ ਜੀ, ਜਾਂ ਹੈ ਨੌਲੇਜ ਕੰਸਟਰਕਸ਼ਨ, ਗਿਆਨ ਦੀ ਉਸਾਰੀ। 19 ਦਾ ਸਹੀ ਆਂਸਰ ਹੈ ਬਿਲਕੁਲ ਇਹ ਹੈ ਜੀ ਸਮੱਗਰੀ ਨੂੰ ਵੱਖ ਕਰਨਾ, ਕੰਟੈਂਟ ਸੈਗਰੀਗੇਸ਼ਨ। 20ਵਾਂ ਦੇਖਦੇ ਹਾਂ ਜੀ ਤਾਂ ਕਾਮਨ ਇਮੋਸ਼ਨਲ ਪੈਟਰਨ ਆਫ ਨਿਊ ਬੋਰਨ ਇਨਫੈਂਟ। ਨਵੇਂ ਬੱਚੇ ਦਾ ਜਿਹੜਾ ਭਾਵਾਤਮਕ ਪੈਟਰਨ ਕੀ ਹੈ ਜੀ? ਦੇਖੋ ਇਹਦੇ ਵਿੱਚ ਦੇਖੋ ਜਿਹੜਾ ਬੱਚਾ ਨਵ ਜੰਮਿਆ ਬੱਚਾ ਹੈ, ਠੀਕ ਹੈ ਜੀ, ਨਵ ਜੰਮਿਆ ਬੱਚੇ ਦੇ ਵਿੱਚ ਦੇਖੋ ਅਫੈਕਸ਼ਨ ਵੀ ਹੁੰਦਾ ਹੈ, ਐਂਗਰ ਵੀ ਹੁੰਦਾ ਹੈ, ਫੀਅਰ ਵੀ ਹੁੰਦਾ ਹੈ, ਜੋਏ ਵੀ ਹੁੰਦਾ ਅਤੇ ਅਟੈਂਸ਼ਨ ਵੀ। ਸੋ ਇਹ ਆਪਸ਼ਨ ਬਿਲਕੁਲ ਸਹੀ ਹੈ, ਠੀਕ ਹੈ ਜੀ। ਸੋ ਜੇਕਰ ਅਸੀਂ ਬਾਕੀਆਂ ਦੇ ਵਿੱਚ ਦੇਖਿਆ ਜਾਵੇ ਹੈ ਨਾ, ਸੋ ਉਹਦੇ ਅਕੋਰਡਿੰਗ ਜਿਹੜਾ ਇਹ ਆਪਸ਼ਨ ਜਿਹੜਾ ਸਭ ਤੋਂ ਬੈਸਟ ਹੈ, ਠੀਕ ਹੈ ਜੀ। ਸੋ ਦੇਖੋ ਇਹਦੇ ਵਿੱਚ ਕਿਉਂਕਿ ਕੁਰੀਓਸਿਟੀ ਹਲੇ ਬੱਚੇ 'ਚ ਨਹੀਂ ਹੁੰਦੀ, ਹਲੇ ਜਿਹੜਾ ਨਵ ਜੰਮਿਆ ਬੱਚਾ ਹੀ ਹੈ ਨਾ। ਸੋ ਲਵ, ਐਂਗਰ, ਫੀਅਰ,
ਲਵ ਐਂਗਰ ਫੀਅਰ ਉੱਪਰ ਵੀ ਹੈਗਾ ਪਰ ਨਾਲ ਜੋਏ ਵੀ ਹੈਗਾ, ਅਟੈਂਸ਼ਨ ਵੀ ਹੈਗਾ। ਸੋ ਇਹ ਆਪਸ਼ਨ ਸਹੀ ਹੈ ਜੀ। 21ਵਾਂ ਕੁਐਸਚਨ ਹੈ ਜੀ, ਹੂ ਗੇਵ ਟੂ ਫੈਕਟਰ ਥਿਊਰੀ ਆਫ ਇੰਟੈਲੀਜੈਂਸ। ਟੂ ਫੈਕਟਰ ਥਿਊਰੀ ਆਫ ਇੰਟੈਲੀਜੈਂਸ ਜਿਹੜੀ ਕਿਹਨੇ ਦਿੱਤੀ ਹੈ ਜੀ, ਇਹ ਆਪਸ਼ਨ ਦਾ ਆਨਸਰ ਹੈ ਜੀ ਆਪਸ਼ਨ ਨੰਬਰ ਏ, ਸਪੀਅਰਮੈਨ ਨੇ ਜਿਹੜੀ ਹੈ ਇਹ ਟੂ ਫੈਕਟਰ ਥਿਊਰੀ ਆਫ ਇੰਟੈਲੀਜੈਂਸ ਜਿਹੜੀ ਉਹਨੇ ਦਿੱਤੀ ਹੈ। ਠੀਕ ਹੈ ਜੀ। 22ਵਾਂ ਕੁਐਸਚਨ ਹੈ, ਦ ਕੰਸੈਪਟ ਆਫ ਮੈਂਟਲ ਏਜ ਵਾਜ਼ ਫਸਟਲੀ ਯੂਜ਼ਡ ਬਾਏ। ਦੇਖੋ ਜੀ ਮੈਂਟਲ ਏਜ ਜਿਹੜੀ ਫਸਟਲੀ ਕੰਸੈਪਟ ਜਿਹੜਾ ਯੂਜ਼ ਕੀਤਾ ਸੀ ਉਹ ਕਿਹਨੇ ਕੀਤਾ ਸੀਗਾ ਜੀ, ਬੈਨਟ। ਠੀਕ ਹੈ ਜੀ, ਡੀ ਆਪਸ਼ਨ। 23ਵਾਂ ਕੁਐਸਚਨ ਹੈ ਜੀ, ਵਿਚ ਆਫ ਦਾ ਫੋਲੋਇੰਗ ਰਿਪਰੈਜ਼ੈਂਟ ਦਾ ਸੋਸ਼ਲ ਸਕਿੱਲਸ ਗਿਵਨ ਬਾਏ ਯੂਨਿਸੈਫ, ਯੂਨੈਸਕੋ ਤੇ WHO। ਠੀਕ ਹੈ, ਕਿਹਨਾਂ ਨੇ ਸੋਸ਼ਲ ਸਕਿੱਲ ਜਿਹੜਾ ਹੈ ਰਿਪਰੈਜ਼ੈਂਟ ਜਿਹੜਾ ਕਰਦਾ ਹੈ ਇਹਨਾਂ ਤਿੰਨਾਂ ਨਾਲ। ਠੀਕ ਹੈ ਜੀ, ਕੀ ਹੈ ਜੀ, ਆਪਸ਼ਨ ਨੰਬਰ ਏ ਐਂਪਥੀ, ਕ੍ਰਿਟੀਕਲ ਥਿੰਕਿੰਗ, ਸੋਸ਼ਲ ਸਕਿੱਲ, ਜਾਂ ਕ੍ਰਿਟੀਕਲ ਥਿੰਕਿੰਗ ਇਮੋਸ਼ਨਲ ਜਾਂ ਸੋਸ਼ਲ ਸਕਿੱਲ। ਠੀਕ ਹੈ, ਜਾਂ ਥਿੰਕਿੰਗ ਇਮੋਸ਼ਨਲ ਸੋਸ਼ਲ ਸਕਿੱਲ, ਜਾਂ ਸੈਲਫ ਅਵੇਅਰਨੈਸ ਇਮੋਸ਼ਨਲ ਐਂਡ ਸੋਸ਼ਲ ਸਕਿੱਲ। ਸੋ 23 ਦਾ ਜਿਹੜਾ ਸਹੀ ਆਨਸਰ ਆਪਸ਼ਨ ਨੰਬਰ ਬੀ ਹੈ ਜੀ, ਕ੍ਰਿਟੀਕਲ ਥਿੰਕਿੰਗ ਇਮੋਸ਼ਨਲ ਐਂਡ ਸੋਸ਼ਲ ਸਕਿੱਲਸ। 24ਵਾਂ ਕੁਐਸਚਨ ਹੈ ਜੀ, ਵਿਚ ਆਫ ਦਾ ਫੋਲੋਇੰਗ ਬੈਸਟ ਰਿਪਰੈਜ਼ੈਂਟ ਜੈਂਡਰ ਇਕੁਐਲਿਟੀ। ਹੇਠ ਦਿੱਤੇ ਵਿੱਚੋਂ ਕਿਹੜਾ ਸਭ ਤੋਂ ਵਧੀਆ ਲਿੰਗ ਸਮਾਨਤਾ ਨੂੰ ਦਰਸਾਉਂਦਾ ਹੈ। ਠੀਕ ਹੈ ਜੀ, ਇਹ ਆਪਸ਼ਨ ਹੈ ਜੀ, ਔਰਤਾਂ ਅਤੇ ਮਰਦਾਂ ਲਈ ਨਿਰਪੱਖ ਹੋਣ ਦੀ ਪ੍ਰਕਿਰਿਆ। ਅਗਲਾ ਹੈ ਜੀ, ਮੌਜੂਦਾ ਲਿੰਗ ਅੰਤਰਾਂ ਅਤੇ ਮੁੱਦਿਆਂ ਨੂੰ ਸਮਝਣ ਲਈ ਇਹਨਾਂ ਦੀ ਰਣਨੀਤੀ ਅਤੇ ਕਾਰਵਾਈਆਂ ਵਿੱਚ ਸ਼ਾਮਲ ਕਰਨ ਦੀ ਯੋਗਤਾ, ਜਾਂ ਅਧਿਕਾਰ ਸਰੋਤਾਂ ਜਾਂ ਵਿਸ਼ਵਾਸਾਂ ਦੀ ਵੰਡ, ਮੌਕੇ ਅਤੇ ਸੇਵਾਵਾਂ ਤੱਕ ਪਹੁੰਚ ਵਿੱਚ ਇੱਕ ਵਿਅਕਤੀ ਦੇ ਲਿੰਗ ਦੇ ਅਤੇ ਵਿਤਕਰੇ ਦੀ ਅਣਹੋਂਦ ਆਧਾਰ, ਜਾਂ ਕਿ ਇਹ ਸਮਝਣਾ ਅਤੇ ਮਰਦਾਂ ਔਰਤਾਂ ਵਿਚਕਾਰ ਸਮਾਜਿਕ ਤੌਰ 'ਤੇ ਨਿਰਧਾਰਤ ਅੰਤਰ ਹਨ ਅਤੇ ਇਹ ਸਰੋਤਾਂ ਤੱਕ ਪਹੁੰਚ ਅਤੇ ਨਿਯੰਤਰਣ ਨੂੰ ਪ੍ਰਭਾਵਿਤ ਕਰਦੇ ਹਨ। ਜਿਹੜਾ 24 ਦਾ ਸਹੀ ਆਨਸਰ ਹੈ ਜੀ, ਇਹ ਆਪਸ਼ਨ ਬਿਲਕੁਲ ਸਹੀ ਹੈ ਜੀ, ਦਾ ਪ੍ਰੋਸੈਸ ਆਫ ਬੀਇੰਗ ਫੇਅਰ ਟੂ ਮੈਨ ਐਂਡ ਵੂਮਨ। ਤਾਂ ਹੀ ਅਸੀਂ ਇਹ ਜਿਹੜੇ ਜੈਂਡਰ ਇਕੁਐਲਿਟੀ ਨੂੰ ਰਿਪਰੈਜ਼ੈਂਟ ਕਰ ਸਕਦੇ ਹਾਂ, ਜਦੋਂ ਅਸੀਂ ਔਰਤਾਂ ਅਤੇ ਮਰਦਾਂ ਨੂੰ ਬਰਾਬਰ ਦੇ ਜਿਹੜੇ ਆਪਾਂ ਮਤਲਬ ਹੱਕ ਵੀ ਦੇਵਾਂਗੇ, ਹੈ ਨਾ, ਅਤੇ ਨਿਰਪੱਖ ਹੋਣ ਦੀ ਜਿਹੜੀ ਪ੍ਰਕਿਰਿਆ ਹੈ। ਠੀਕ ਹੈ ਜੀ। 25ਵਾਂ ਕੁਐਸਚਨ ਹੈ, ਵਿਚ ਆਫ ਦਾ ਫੋਲੋਇੰਗ ਕੰਸੈਪਟ ਆਫ ਡਿਵੈਲਪਮੈਂਟ ਰੈਫਰਸ ਟੂ ਦਾ ਸਰਕਮਸਟਾਂਸਿਸ ਇਨ ਵਿਚ ਡਿਵੈਲਪਮੈਂਟ ਇਜ਼ ਅਨਈਵਨ ਅਕ੍ਰੋਸ ਡੋਮੇਨ। ਵਿਕਾਸ ਦੀ ਹੇਠ ਲਿਖੀਆਂ ਧਾਰਨਾਵਾਂ ਵਿੱਚੋਂ ਕਿਹੜਾ ਸੰਕਲਪ ਉਹਨਾਂ ਹਾਲਤਾਂ ਨੂੰ ਦਰਸਾਉਂਦਾ ਹੈ ਜਿਸ ਵਿੱਚ ਵਿਕਾਸ ਡੋਮੇਨ ਵਿੱਚ ਅਸਮਾਨ ਹੈ। ਦੇਖੋ ਜੀ, ਅਸਮਾਨ ਕਿਹਾ ਹੈ। ਠੀਕ ਹੈ, ਸੋ ਜਿਹੜੇ ਇਹਦਾ ਸਹੀ ਆਨਸਰ ਹੈ 25 ਦਾ ਜੀ, ਆਪਸ਼ਨ ਨੰਬਰ ਏ ਬਿਲਕੁਲ ਸਹੀ ਹੈ ਜੀ, ਸਪਾਇਰਲ ਡਿਵੈਲਪਮੈਂਟ। ਠੀਕ ਹੈ ਜੀ। ਅਗਲਾ ਕੁਐਸਚਨ 26ਵਾਂ ਜੀ, ਹੂ ਅਮੰਗ ਦਾ ਫੋਲੋਇੰਗ ਯੂਜ਼ਡ ਦਾ ਟਰਮ ਲਰਨਿੰਗ ਡਿਸੇਬਿਲਿਟੀ ਫॉर ਦਾ ਫਸਟ ਟਾਈਮ। ਲਰਨਿੰਗ ਡਿਸੇਬਿਲਿਟੀ ਜਿਹੜੀ ਹੈ ਫਸਟ ਟਾਈਮ ਜਿਹੜੀ ਹੈ ਉਹ ਕਿਹਨੇ ਜਿਹੜਾ ਇਹ ਟਰਮ ਜਿਹੜੀ ਹੈ ਯੂਜ਼ ਕੀਤੀ ਸੀਗੀ। ਸੋ 26ਵੇਂ ਦਾ ਜਿਹੜਾ ਸਹੀ ਆਨਸਰ ਹੈ ਉਹ ਹੈ ਜੀ ਸੈਮੂਅਲ ਕਿਰਕ। ਠੀਕ ਹੈ ਜੀ, ਇਹਦੇ ਜਿਹੜੀ ਹੈ ਪਹਿਲੀ ਵਾਰ ਜਿਹੜੀ ਡਿਸੇਬਿਲਿਟੀ ਹੈ ਨਾ, ਲਰਨਿੰਗ ਡਿਸੇਬਿਲਿਟੀ ਦੀ ਪਹਿਲੀ ਵਾਰ ਇਹਨੇ ਜਿਹੜੇ ਟਰਮ ਯੂਜ਼ ਕੀਤੀ ਸੀ। ਦਾ ਫੁੱਲ ਫਾਰਮ ਆਫ UNCRPD ਇਜ਼। ਇਹਦਾ ਜਿਹੜਾ ਦੇਖੋ ਸਹੀ ਆਨਸਰ ਹੈ ਜੀ 27 ਦਾ, ਇਹ ਆਪਸ਼ਨ ਬਿਲਕੁਲ ਸਹੀ ਹੈ, ਯੂਨਾਈਟਿਡ ਨੇਸ਼ਨਸ ਕਨਵੈਨਸ਼ਨ ਔਨ ਰਾਈਟਸ ਆਫ ਪਰਸਨਲ ਵਿਦ ਡਿਸੇਬਿਲਿਟੀ। ਠੀਕ ਹੈ ਜੀ। 28ਵਾਂ ਕੁਐਸਚਨ ਦੇਖਦੇ ਹਾਂ ਜੀ। 28ਵਾਂ ਕੁਐਸਚਨ ਦਾ ਜੀ ਦੇਖੋ, ਮੈਚ ਦਾ ਫੋਲੋਇੰਗ ਡਿਸੇਬਿਲਿਟੀ ਦੇ ਵਿੱਚ ਅੱਗੇ 4 ਡਿਸੇਬਿਲਿਟੀ ਦਿੱਤੀਆਂ ਨੇ, ਡਾਇਲੈਕਸੀਆ, ਡਾਇਸਗ੍ਰਾਫੀਆ, ਡਾਇਸਕੈਲਕ। ਦੇਖੋ ਇਹਦੇ ਵੀ ਆਪਾਂ ਬਕਾਇਦਾ ਇੱਕ ਵੀਡੀਓ ਪ੍ਰੋਪਰ ਮੈਂ ਜਿਹੜੀ ਲਰਨਿੰਗ ਡਿਸੇਬਿਲਿਟੀਜ਼ 'ਤੇ ਬਣਾਈ ਸੀਗੀ, ਹੈ ਨਾ। ਸੋ ਦੇਖੋ ਸਭ ਤੋਂ ਵਧੀਆ ਇਹਦਾ ਜਿਹੜਾ ਹੈ ਦੇਖੋ ਡਾਇਸਕੈਲਕੂਲੀਆ, ਜਿਹੜਾ ਸਾਨੂੰ ਆਸਾਨੀ ਦੇ ਨਾਲ ਪਤਾ ਹੈ ਕਿ ਜਿੱਥੇ ਕੈਲਕੂਲੀਆ ਇਹਦਾ ਮਤਲਬ ਮੈਥਸ ਦੇ ਨਾਲ ਜਿਹੜਾ ਲਿੰਕ ਹੈ। ਠੀਕ ਹੈ ਜੀ। ਸੋ ਦੇਖੋ ਇਹਦੇ ਵਿੱਚ ਮੈਥਸ ਦੇ ਨਾਲ ਦੇਖੋ ਅਰਿਥਮੈਟਿਕ ਡਿਸਆਰਡਰ, ਅਰਿਥਮੈਟਿਕ ਮਤਲਬ ਮੈਥ, ਸੋ ਸੀ ਦਾ ਮਤਲਬ ਬੀ ਆਏਗਾ, ਹੈ ਨਾ। ਉਸ ਤੋਂ ਬਾਅਦ ਆਇਆ ਜੀ ਡਾਇਲੈਕਸੀਆ। ਡਾਇਲੈਕਸੀਆ ਵਿੱਚ ਕੀ ਹੁੰਦਾ ਹੈ ਜੀ, ਬੱਚੇ ਨੂੰ ਕਿਹਦੇ ਵਿੱਚ ਪ੍ਰੋਬਲਮ ਆਉਂਦੀ ਹੈ, ਡਾਇਲੈਕਸੀਆ ਚਲੋ ਨਹੀਂ ਪਤਾ ਲੱਗਦਾ ਤੇ ਆਪਾਂ ਡਾਇਸਗ੍ਰਾਫੀਆ ਦੇਖ ਲੈਣ। ਡਾਇਸਗ੍ਰਾਫੀਆ ਵਿੱਚ ਬੱਚੇ ਨੂੰ ਲਿਖਣ ਸੰਬੰਧੀ ਪ੍ਰੋਬਲਮ ਆਉਂਦੀ ਹੈ। ਸੋ ਦੇਖੋ ਅਗਰ ਅਸੀਂ ਦੇਖਿਆ ਜਾਵੇ ਮਤਲਬ ਸੈਕਿੰਡ ਦਾ ਏ ਆ, ਥਰਡ ਦਾ ਬੀ ਆ। ਦੇਖੋ ਇਹਦੇ ਅਕੋਰਡਿੰਗ ਦੇਖੋ ਸੈਕਿੰਡ ਦਾ ਏ ਆ ਔਰ ਥਰਡ ਦਾ ਬੀ ਆ। ਸੋ ਬੀ ਆਪਸ਼ਨ ਜਿਹੜਾ ਬਿਲਕੁਲ ਸਹੀ ਹੈ। ਪਹਿਲੇ ਦਾ ਜਿਹੜਾ ਸੀ ਕਿ ਡਿਫਿਕਲਟੀ ਵਿਦ ਫੋਨੋਲੋਜੀਕਲ ਸਕਿੱਲਸ। ਠੀਕ ਹੈ। ਸੋ ਜਿਹੜਾ ਲਾਸਟ ਸੀਗਾ ਜੀ ਐਸਪਰਜਸ ਸਿੰਡਰੋਮ। ਸੋ ਇਹਦਾ ਆਨਸਰ ਸੀਗਾ ਜੀ ਕਿ ਆਟਿਸਟਿਕ ਸਪੈਕਟਰਮ ਡਿਸਆਰਡਰ, ASD। ਠੀਕ ਹੈ ਜੀ। ਸੋ ਅਗਲਾ ਕੁਐਸਚਨ ਦੇਖਦੇ 29ਵਾਂ। ਲੈਂਗੁਏਜ ਡਿਸਆਰਡਰਸ ਰਿਪਰੈਜ਼ੈਂਟ ਸਿਗਨੀਫਿਕੈਂਟ ਇੰਪੇਅਰਮੈਂਟ ਇਨ ਚਾਈਲਡ
ਭਾਸ਼ਾ ਦੇ ਵਿਗਾੜ ਬੱਚੇ ਦੇ ਵਿੱਚ ਮਹੱਤਵਪੂਰਨ ਵਿਗਾੜਾਂ ਨੂੰ ਦਰਸਾਉਂਦੇ ਹਨ। ਰਿਸੈਪਟਿਵ ਲੈਂਗੁਏਜ ਆਰਟੀਕੂਲੇਸ਼ਨ, ਰਿਸੈਪਟਿਵ ਲੈਂਗੁਏਜ, ਐਕਸਪ੍ਰੈਸਿਵ ਲੈਂਗੁਏਜ ਜਾਂ ਰਿਸੈਪਟਿਵ ਐਂਡ ਐਕਸਪ੍ਰੈਸਿਵ। ਸੋ ਡੀ ਆਪਸ਼ਨ ਜਿਹੜਾ ਇਹਦਾ ਬਿਲਕੁਲ ਸਹੀ ਹੈ। 30ਵਾਂ ਕੁਐਸਚਨ ਆ ਜੀ, ਦਾ ਕੀ ਐਲੀਮੈਂਟ ਆਫ ਕੋਲੈਬੋਰੇਸ਼ਨ ਬਿਟਵੀਨ ਜਰਨਲ ਐਂਡ ਸਪੈਸ਼ਲ ਐਜੂਕੇਸ਼ਨ ਟੀਚਰ ਇਜ਼ ਰਿਪਰੈਜ਼ੈਂਟਡ ਬਾਏ। ਵਿਸ਼ੇਸ਼ ਸਿੱਖਿਆ ਅਧਿਆਪਕਾਂ ਵਿਚਕਾਰ ਸਹਿਯੋਗ ਦੇ ਮੁੱਖ ਤੱਤ ਦੁਆਰਾ ਦਰਸਾਇਆ ਗਿਆ ਹੈ। ਸੋਸ਼ਲ ਮਾਡਲ, ਫੁੱਲ ਇਨਕਲੂਜਨ ਮਾਡਲ, ਠੀਕ ਹੈ, ਅਡੈਪਟਿਵ ਲਰਨਿੰਗ ਇਨਵਾਇਰਮੈਂਟਲ ਮਾਡਲ ਜਾਂ ਬਾਇਓ ਸੈਂਟਰਿਕ ਮਾਡਲ। ਸੋ 30 ਦਾ ਜਿਹੜਾ ਸਹੀ ਆਨਸਰ ਹੈ ਆਪਸ਼ਨ ਨੰਬਰ ਬੀ, ਫੁੱਲ ਇਨਕਲੂਜਨ ਮਾਡਲ, ਪੂਰਾ ਸੰਮਲਨ ਮਾਡਲ। ਸੋ ਠੀਕ ਹੈ ਜੀ। ਸੋ 30 ਕੁਐਸਚਨ ਜਿਹੜੇ ਆਪਾਂ ਜਿਹੜੇ ਇਹਦੇ ਵਿੱਚ ਦੇਖ ਚੁੱਕੇ ਹਾਂ ਹੈ ਨਾ। ਸੋ ਤੁਹਾਨੂੰ ਆਈਡੀਆ ਜਿਹੜਾ ਇਹਦੇ ਵਿੱਚੋਂ ਦੇਖੋ ਹੁਣ ਹੋ ਜਾ ਮਤਲਬ ਕਾਫੀਆਂ ਨੂੰ ਜਿਹੜਾ ਕਲੈਰਿਟੀ ਆਈ ਹੋਏਗੀ ਨਾ ਕਿ ਕਿੰਨੇ ਕੁਐਸਚਨ ਸਾਡੇ ਸਹੀ ਨੇ ਅਤੇ ਮਤਲਬ ਅਸੀਂ ਪੜ੍ਹੇ ਹਾਂ, ਸਾਡੀ ਤਿਆਰੀ ਜਿਹੜੀ ਹੈ ਕਿੱਥੇ ਸਟੈਂਡ ਕੀਤੀ ਹੈ ਨਾ। ਸੋ ਆਪਾਂ ਇਸ ਜਿਹੜਾ ਪੇਪਰ ਆਏ ਇਹ ਤੋਂ ਆਪਾਂ ਇਹ ਸਿੱਖਣਾ ਹੈ। ਪੇਪਰ ਕੈਂਸਲ ਹੋ ਗਿਆ ਠੀਕ ਹੈ ਨਾ, ਨੁਕਸਾਨ ਹੋਇਆ ਹੈ ਸਾਰੇ ਬੱਚਿਆਂ ਦਾ ਹੈ ਨਾ, ਪਰ ਹੁਣ ਸਾਡੇ ਹੱਥ ਵਾਸਤੇ ਵਿੱਚ ਕੁਛ ਨਹੀਂ ਹੈਗਾ ਹੈ ਨਾ। ਅਸੀਂ ਇਹੀ ਕਰ ਸਕਦੇ ਹਾਂ ਕਿ ਅਸੀਂ ਤਿਆਰੀ ਬਸ ਕਰੀਏ ਹੈ ਨਾ। ਪੇਪਰ ਜਦ ਆਵੇ ਅਸੀਂ ਇਹ ਨਾ ਹੋਵੇ ਕਿ 10 ਦਿਨ ਅਸੀਂ ਹੁਣ ਨੋਟੀਫਿਕੇਸ਼ਨ ਹੀ ਉਡੀਕੀ ਜਾਂਦੇ ਹਾਂ ਕਾਫੀ ਬੱਚੇ ਤਾਂ ਹੈ ਨਾ। ਠੀਕ ਹੈ, ਨੋਟੀਫਿਕੇਸ਼ਨ ਵੀ ਦੇਖਣਾ ਹੈ ਆਪਾਂ, ਉਹ ਤੋਂ ਸਾਨੂੰ ਕਲੈਰਿਟੀ ਹੋਵੇਗੀ ਹੈ ਨਾ। ਪਰ ਹੁਣ ਉਹਨਾਂ ਨੇ ਜਦ ਤੱਕ ਕਹਿ ਤਾ ਹੈ ਕਿ ਪੇਪਰ ਦੁਬਾਰਾ ਕੰਡਕਟ ਹੋਵੇਗਾ, ਠੀਕ ਹੈ, ਸੋ ਉਹ ਇਹਦਾ ਮਤਲਬ ਹੈ ਕਿ ਸਾਨੂੰ ਤਿਆਰੀ ਜਿਹੜੀ ਸ਼ੁਰੂ ਕਰਨੀ ਪਵੇਗੀ ਹੈ ਨਾ। ਸੋ ਇਹ ਨਾ ਹੋਵੇ ਕਿ 10 ਦਿਨ ਰਹਿੰਦੇ ਹੋਣ ਇਹ ਉਦੋਂ ਨੋਟੀਫਿਕੇਸ਼ਨ ਕੱਢਣ, ਠੀਕ ਹੈ, ਜਾਂ ਅਸੀਂ ਬਸ ਉਡੀਕ ਕਰੀਏ ਹੈ ਨਾ ਕਿ ਕਦ ਆਵੇ ਕੋਈ ਨੋਟੀਫਿਕੇਸ਼ਨ। ਸੋ ਸਾਨੂੰ ਜਿਹੜਾ ਕਰਨਾ ਕੀ ਚਾਹੀਦਾ ਹੈ, ਸਾਨੂੰ ਇਹਨਾਂ ਪੇਪਰਾਂ ਦੇ ਬਿਹਾਫ 'ਤੇ ਜਿਹੜੀ ਇਹ ਤਿਆਰੀ ਦੁਬਾਰਾ ਤੋਂ ਸ਼ੁਰੂ ਕਰਨੀ ਚਾਹੀਦੀ ਹੈ। ਠੀਕ ਹੈ, ਤੁਸੀਂ ਲੈਵਲ ਦੇਖ ਹੀ ਲਿਆ ਪੇਪਰ ਦਾ ਕਿਵੇਂ ਦਾ ਆ ਹੈ ਨਾ। ਸੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਵੀਡੀਓ ਇਹ ਵਧੀਆ ਲੱਗੀ ਹੋਏਗੀ। ਵੀਡੀਓ ਦੇ ਤੁਸੀਂ ਅਖੀਰ ਤੱਕ ਜਿਹੜੇ ਬਣੇ ਰਹੇ ਹੋਣਗੇ। ਸੋ ਚੈਨਲ ਨੂੰ ਸਬਸਕ੍ਰਾਈਬ, ਲਾਈਕ ਔਰ ਸ਼ੇਅਰ ਜ਼ਰੂਰ ਕਰਿਓ, ਠੀਕ ਹੈ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਦੁਬਾਰਾ ਤਿਆਰੀ ਕਰਾਂਗੇ ਤਾਂ ਤੁਹਾਨੂੰ ਉਹਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ। ਤੁਹਾਡੇ ਸਾਰਿਆਂ ਦਾ ਇੱਕ ਵਾਰ ਧੰਨਵਾਦ। ਸਤਿ ਸ਼੍ਰੀ ਅਕਾਲ।